प्यारे विद्यार्थियों, स्वागत है तुहाडा अज दी वीडियो विच। अज बच्चों आपां हल करांगे समाजिक विज्ञान दी हफ्तावारी शीट नंबर 10। ठीक है, जिस तरह कि मैं तुहानूं 9वीं शीट दे विच भी दस्सिया सी कि जिहड़ा तुहाडा 25 अक्तूबर नूं होण वाला पेपर हैगा आ, ठीक है, वो तुहानूं अर्थशास्त्र दे विच आउणा आ। उसे ही चीज़ नूं लैके हुण ये शीट नंबर तुहाडी 10 हैगी आ, ਜਿਹਦੇ ਵਿੱਚ ਸਾਨੂੰ ਮੁੱਖ ਤੌਰ ਤੇ ਤਿੰਨ ਕਨਸੈਪਟ ਜਿਹੜੇ ਨੇ ਕੰਪੀਟੈਂਸੀਜ਼ ਦਿੱਤੀਆਂ ਗਈਆਂ ਨੇ। ਠੀਕ ਹੈ, ਉਹਦੇ ਵਿੱਚ ਸਾਡੇ ਕੋਲ ਹੈ ਇੱਕ ਹੈ ਫ੍ਰੀ ਮਾਰਕੀਟ, ਜਿਹਨੂੰ ਅਸੀਂ ਖੁੱਲੀ ਅਰਥ ਵਿਵਸਥਾ ਕਹਿੰਦੇ ਆ। ਠੀਕ ਹੈ, ਜੋ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਵਪਾਰ ਦਾ ਜਾਂ ਅਰਥ ਵਿਵਸਥਾ ਦਾ ਇੱਕ ਮੁੱਖ ਰੂਪ ਬਣ ਚੁੱਕੀ ਆ। ਖੁੱਲੀ ਮਾਰਕੀਟ ਵੀ ਬੋਲਿਆ ਜਾਂਦਾ ਤੇ ਇਹਨੂੰ ਅਸੀਂ ਫ੍ਰੀ ਮਾਰਕੀਟ ਕਹਿੰਦੇ ਆ ਤੇ ਖੁੱਲੀ ਅਰਥ ਵਿਵਸਥਾ ਕਹਿੰਦੇ ਆ, ਜਿਹੜੀ ਕਿ ਭਾਰਤ ਦੇ ਵਿੱਚ ਵੀ ਕੁਛ ਹੱਦ ਤੱਕ ਲਾਗੂ ਹੈਗੀ ਆ। ਠੀਕ, ਤੇ ਇਹਦੇ ਵਿੱਚ ਅਸੀਂ ਜਿਹੜੀ ਸਾਡੇ ਜਿਹੜੇ ਇਹ ਇਕਨੋਮਿਕ ਸਿਸਟਮ ਹੁੰਦਾ ਆ, ਕੋਈ ਵੀ ਆਰਥਿਕ ਪ੍ਰਣਾਲੀ ਹੁੰਦੀ ਆ, ਠੀਕ ਹੈ, ਅਸੀਂ ਫ੍ਰੀ ਮਾਰਕੀਟ ਦੇ ਬਾਰੇ ਵੀ ਪੜ੍ਹਨਾ, ਅਸੀਂ ਜਿਹੜੀ ਆ ਸਟੇਟ ਕੰਟਰੋਲਡ ਮਾਰਕੀਟ ਦੇ ਬਾਰੇ। ਅਗਰ ਤੁਸੀਂ ਅਰਥ ਸ਼ਾਸਤਰ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੋਊਗਾ, ਠੀਕ ਹੈ, ਤੁਹਾਡੇ ਅਧਿਆਪਕ ਨੇ ਵੀ ਤੁਹਾਨੂੰ ਸਮਝਾਇਆ ਹੋਊਗਾ ਕਿ ਅਰਥ ਵਿਵਸਥਾਵਾਂ ਆਮ ਤੌਰ ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਖੁੱਲੀ ਅਰਥ ਵਿਵਸਥਾ ਹੁੰਦੀ ਆ, ਜਿਹਦੇ ਵਿੱਚ ਸਰਕਾਰ ਦਾ ਜਾਂ ਕਿਸੇ ਰਾਜ ਦਾ ਕੋਈ ਕੰਟਰੋਲ ਨਹੀਂ ਹੁੰਦਾ। ਠੀਕ ਹੈ, ਕੁਛ ਇੱਕ ਨਿਯਮ ਦੱਸੇ ਜਾਂਦੇ ਨੇ। ਜ਼ਿਆਦਾਤਰ ਜਿਹੜਾ ਵਪਾਰ ਹੈ ਉਹ ਮਾਰਕੀਟ ਦੇ ਉੱਤੇ ਡਿਮਾਂਡ ਅਤੇ ਸਪਲਾਈ ਤੇ ਮੰਗ ਅਤੇ ਪੂਰਤੀ ਤੇ ਆਧਾਰਿਤ ਜਿਹੜਾ ਆ ਉਹ ਚੱਲਦਾ ਆ। ਆਯਾਤ ਨਿਰਯਾਤ ਆ, ਉਹਦੇ ਤੇ ਸਰਕਾਰਾਂ ਦੀ ਕੋਈ ਰੋਕ ਨਹੀਂ ਹੁੰਦੀ। ਉਸ ਤੋਂ ਬਾਅਦ ਜੋ ਦੂਸਰੀ ਅਰਥ ਵਿਵਸਥਾ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਆ ਮਿਕਸਡ ਇਕਨੋਮੀ। ਠੀਕ ਹੈ, ਮਿਕਸਡ ਇਕਨੋਮੀ ਉਹਨੂੰ ਬੋਲਿਆ ਜਾਂਦਾ, ਜਿਹਦੇ ਵਿੱਚ ਕੀ ਹੁੰਦਾ, ਪੰਜਾਬੀ 'ਚ ਅਸੀਂ ਇਹਨੂੰ ਕਹਿੰਦੇ ਆ ਮਿਸ਼ਰਤ ਅਰਥ ਵਿਵਸਥਾ। ਠੀਕ, ਮਿਸ਼ਰਤ ਦਾ ਮਤਲਬ ਹੁੰਦਾ ਕੁਛ ਇੱਕ ਚੀਜ਼ਾਂ ਦੇ ਉੱਤੇ ਸਰਕਾਰ ਕੰਟਰੋਲ ਰੱਖਦੀ ਆ, ਕੁਛ ਇੱਕ ਚੀਜ਼ਾਂ ਨੂੰ ਸਰਕਾਰ ਖੁੱਲ੍ਹਾ ਛੱਡ ਦਿੰਦੀ ਆ। ਜਿਸ ਤਰ੍ਹਾਂ ਕਿ ਭਾਰਤ ਦੀ ਅਰਥ ਵਿਵਸਥਾ ਆ, ਉਹ ਕੁਛ ਹੱਦ ਤੱਕ ਮਿਸ਼ਰਤ ਅਰਥ ਵਿਵਸਥਾ ਹੈਗੀ ਆ। ਫਿਰ ਤੀਸਰੀ ਤਰ੍ਹਾਂ ਦੀ ਅਰਥ ਵਿਵਸਥਾ ਹੁੰਦੀ ਆ ਸਟੇਟ ਕੰਟਰੋਲਡ ਮਾਰਕੀਟ। ਠੀਕ ਹੈ, ਜਿਹਨੂੰ ਅਸੀਂ ਸਾਮਵਾਦ ਤਰ੍ਹਾਂ ਦੀ ਮਾਰਕੀਟ ਬੋਲਦੇ ਹਾਂ, ਜਿਹਦੇ ਵਿੱਚ ਸਾਰੀ ਮਾਰਕੀਟ ਤੇ ਸਾਰੇ ਬਾਜ਼ਾਰ ਦੇ ਉੱਤੇ ਆਯਾਤ ਨਿਰਯਾਤ ਤੇ ਹਰ ਇੱਕ ਚੀਜ਼ ਤੇ ਜਿਹੜਾ ਆ ਕਿਸੇ ਦੇਸ਼ ਦੀ ਸਰਕਾਰ ਦਾ ਪੂਰਾ ਕੰਟਰੋਲ ਹੁੰਦਾ ਆ, ਜਿਸ ਤਰ੍ਹਾਂ ਕਿ ਚਾਈਨਾ ਦੇ ਵਿੱਚ ਹੈਗਾ ਆ। ਠੀਕ, ਪਰ ਹੁਣ ਜਿਹੜਾ ਆ ਸਟੇਟ ਕੰਟਰੋਲਡ ਮਾਰਕੀਟ ਵਾਲਾ ਕੰਸੈਪਟ ਹੈ, ਜਦ ਦੀਆਂ ਸਾਡੀਆਂ ਮਲਟੀਨੈਸ਼ਨਲ ਕੰਪਨੀਜ਼ ਆਈਆਂ ਨੇ, MNCs ਆਈਆਂ ਨੇ, ਠੀਕ ਹੈ, ਇਹ ਘਟਦਾ ਜਾ ਰਿਹਾ ਆ। ਚਾਈਨਾ ਨੂੰ ਵੀ ਹੁਣ ਕੁਛ ਹੱਦ ਤੱਕ ਜਿਹੜੀ ਆਪਣੀ ਇਕਨੋਮੀ ਆ ਉਹ ਖੋਲ੍ਹਣੀ ਪੈ ਰਹੀ ਆ ਬਾਕੀ ਦੇਸ਼ਾਂ ਦੇ ਲਈ। ਠੀਕ, ਤਾਂ ਹੁਣ ਜੋ ਅੱਜ ਜੋ ਡੋਮੀਨੈਂਸ ਕਰ ਰਿਹਾ, ਜਿੱਦਾਂ ਪੋਲੀਟੀਕਲ ਸਾਇੰਸ ਦੇ ਵਿੱਚ ਡੈਮੋਕ੍ਰੇਸੀ ਆ, ਉਹ ਲੋਕਾਂ ਨੂੰ ਪਸੰਦ ਆ ਰਹੀ ਆ, ਉੱਦਾਂ ਹੀ ਅਰਥ ਵਿਵਸਥਾ ਦੇ ਵਿੱਚ ਫ੍ਰੀ ਮਾਰਕੀਟ ਆ, ਜਿਹੜੀ ਖੁੱਲ੍ਹੀ ਅਰਥ ਵਿਵਸਥਾ ਆ, ਉਹ ਸਾਰੇ ਦੇਸ਼ਾਂ ਨੂੰ ਪਸੰਦ ਆ ਰਹੀ ਹੈਗੀ ਆ। ਅੱਜ ਅਸੀਂ ਕਿਸ ਬਾਰੇ ਇਹ ਕੰਸੈਪਟ ਨੂੰ ਲੈ ਕੇ ਕੁਐਸਚਨ ਕਰਾਂਗੇ ਅਗਲੇ। ਤਾਂ ਉਮੀਦ ਕਰਦਾ ਤੁਹਾਨੂੰ ਹੁਣ ਖੁੱਲ੍ਹੀ ਅਰਥ ਵਿਵਸਥਾ, ਮਿਸ਼ਰਤ ਅਰਥ ਵਿਵਸਥਾ ਤੇ ਸਟੇਟ ਕੰਟਰੋਲਡ ਜਿਹੜੀ ਮਾਰਕੀਟਸ ਹੈ ਉਹਦੇ ਬਾਰੇ ਜਾਣਕਾਰੀ ਥੋੜ੍ਹੀ ਹੋਊਗੀ। ਉਸ ਤੋਂ ਬਾਅਦ ਸਾਡੇ ਕੋਲ ਜਿਹੜੀ ਦੂਸਰੇ ਸਾਡੇ ਕੋਲ ਕੁਐਸਚਨ ਆਣੇ ਨੇ 5 ਤੋਂ 9 ਤੱਕ ਜਿਹੜੇ ਇਸ ਪੇਪਰ ਦੇ ਵਿੱਚ, ਉਹ ਹੈਗੇ ਨੇ ਟ੍ਰੇਡ ਐਂਡ ਬਿਜ਼ਨਸ ਪ੍ਰੈਕਟਿਸਿਸ ਡਿਊਰਿੰਗ ਐਂਸ਼ੀਐਂਟ ਇੰਡੀਆ। ਮੈਂ ਤੁਹਾਨੂੰ ਇਤਿਹਾਸ ਦੇ ਬਾਰੇ ਦੱਸ ਚੁੱਕਿਆ ਕਿ ਇਤਿਹਾਸ ਜਿਹੜਾ ਆ ਉਹ ਤਿੰਨ ਹਿੱਸਿਆਂ 'ਚ ਆਪਾਂ ਬਣਦੇ ਹਾਂ। ਇੱਕ ਐਂਸ਼ੀਐਂਟ ਇੰਡੀਆ ਜਿਹੜਾ ਆ, ਇੱਕ ਮੈਡੀਵਲ ਹਿਸਟਰੀ ਹੁੰਦੀ ਆ, ਇੱਕ ਮਾਡਰਨ ਹਿਸਟਰੀ ਹੁੰਦੀ ਆ। ਠੀਕ ਹੈ, ਤੇ ਹੁਣ ਅਸੀਂ ਦੱਸਣਾ ਆ ਐਂਸ਼ੀਐਂਟ ਮੀਨਸ ਪ੍ਰਾਚੀਨ ਭਾਰਤ ਦੇ ਵਿੱਚ ਜਿਹੜਾ ਬਿਜ਼ਨਸ ਦੇ ਪ੍ਰੈਕਟਿਸਿਸ ਸੀਗੀਆਂ, ਪਰੰਪਰਾਵਾਂ ਸੀਗੀਆਂ ਜਾਂ ਵਪਾਰ ਸੀ, ਠੀਕ, ਉਹ ਕੀ ਸੀ। ਠੀਕ, ਕਿਸ ਤਰੀਕੇ ਦੇ ਨਾਲ ਪੁਰਾਣੇ ਭਾਰਤ, ਪ੍ਰਾਚੀਨ ਭਾਰਤ ਦੇ ਵਿੱਚ ਜਿਹੜੀਆਂ ਸੀ ਉਹ ਅੰਦਰੂਨੀ ਤੇ ਬਾਹਰੀ ਜਿਹੜਾ ਟ੍ਰੇਡ ਕੀਤਾ ਜਾਂਦਾ ਸੀਗਾ, ਉਹ ਕਿੱਦਾਂ ਵੈਲ ਐਸਟੈਬਲਿਸ਼ਡ ਟ੍ਰੇਡ ਪ੍ਰੈਕਟਿਸਿਸ ਸੀਗੀਆਂ। ਲੋਕਾਂ ਦੇ ਇੱਕ ਆਪਣੇ ਰੀਤੀ ਰਿਵਾਜ ਸੀਗੇ ਵਪਾਰ ਦੇ, ਕਿਸ ਤਰ੍ਹਾਂ ਨੈਟਵਰਕ ਸੀਗਾ ਉਹਨਾਂ ਦਾ, ਬਿਜ਼ਨਸ ਕਨਵੈਨਸ਼ਨਲਸ ਕਿਵੇਂ ਸੀਗੀਆਂ, ਡਾਈਵਰਸ ਇੰਡਸਟਰੀ ਸੀ, ਵੱਖ-ਵੱਖ ਤਰ੍ਹਾਂ ਦਾ ਜਿਹੜਾ ਉਦਯੋਗ ਸੀਗੇ ਉਹ ਕੀ ਸੀ, ਜਿਹੜੇ ਕਿ ਭਾਰਤ ਨੂੰ ਉਸ ਬਸਤੀਵਾਦ ਦੇ ਪੀਰੀਅਡ ਤੋਂ ਜਿਹੜਾ ਅੱਜ ਦੇ ਆਧੁਨਿਕ ਇੰਡੀਆ ਦੇ ਵਿੱਚ ਕੀ ਕਰਦੀਆਂ ਨੇ, ਇੱਕ ਲੀਡਿੰਗ ਇਕਨੋਮੀ ਬਣਾਉਂਦੀਆਂ ਨੇ। ਠੀਕ, ਤਾਂ ਹੁਣ ਇੱਥੇ ਵੀ ਇੱਕ ਗੱਲ ਦਾ ਖਿਆਲ ਰੱਖਣਾ, ਮੈਂ ਤੁਹਾਨੂੰ ਜਦੋਂ ਇਕਨੋਮੀਜ਼ ਦੀ ਗੱਲ ਕਰਦਾ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀ, ਠੀਕ ਹੈ, ਕਿ ਕੋਈ ਵੀ ਜਿਹੜੀਆਂ ਅਰਥ ਵਿਵਸਥਾ ਨੇ ਉਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਡਿਵੈਲਪਡ ਇਕਨੋਮੀਜ਼, ਠੀਕ ਹੈ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਲਈਏ ਵਿਕਸਿਤ ਅਰਥ ਵਿਵਸਥਾਵਾਂ। ਠੀਕ ਹੈ, ਨੰਬਰ 2 ਤੇ ਹੁੰਦੀਆਂ ਨੇ ਜਿਹੜੀਆਂ ਵਿਕਾਸਸ਼ੀਲ, ਜਿਨ੍ਹਾਂ ਨੂੰ ਅਸੀਂ ਜਿਹੜਾ ਆ ਉਹ ਡਿਵੈਲਪਿੰਗ ਇਕਨੋਮੀਜ਼ ਕਹਿੰਦੇ ਆ। ਇੱਕ ਪੂਰੀ ਤਰ੍ਹਾਂ ਡਿਵੈਲਪ ਹੋ ਚੁੱਕੇ ਨੇ, ਜਿਸ ਤਰ੍ਹਾਂ ਕਿ ਅਮਰੀਕਾ ਹੈ, ਇੰਗਲੈਂਡ ਹੈ, ਯੂਰਪ ਦੇ ਜ਼ਿਆਦਾਤਰ ਕੰਟਰੀ ਨੇ।
ठीक है, ਜਾਂ ਅਮਰੀਕਨ ਕੰਟੀਨੈਂਟ ਦੇ ਨੇ। ਉਸ ਤੋਂ ਬਾਅਦ ਵਿਕਾਸਸ਼ੀਲ ਨੇ, ਜਿਸ ਤਰ੍ਹਾਂ ਭਾਰਤ ਹੈ, ਬ੍ਰਾਜ਼ੀਲ ਹੈ, ਠੀਕ ਹੈ, ਬਹੁਤ ਸਾਰੇ ਇਸ ਤਰ੍ਹਾਂ ਦੇ ਕੰਟਰੀ ਜਿਹੜੇ ਕਿ ਹਜੇ ਵਿਕਸਿਤ ਤੋਂ ਜਿਹੜਾ ਆ ਥੱਲੇ ਨੇ ਪਰ ਵਿਕਾਸ ਕਰ ਰਹੇ ਨੇ, ਵਿਕਾਸਸ਼ੀਲ ਨੇ, ਡਿਵੈਲਪਿੰਗ ਕੰਟਰੀਜ਼ ਹਨ। ਤੀਸਰੇ ਹੁੰਦੇ ਨੇ ਜਿਹੜੇ ਅੰਡਰ ਡਿਵੈਲਪ ਕੰਟਰੀ ਨੇ, ਜਿਨ੍ਹਾਂ ਨੂੰ ਥਰਡ ਵਰਡ ਵੀ ਬੋਲਿਆ ਜਾਂਦਾ, ਅੰਡਰ ਡਿਵੈਲਪ ਕੰਟਰੀਜ਼ ਜਾਂ ਅਵਿਕਸਿਤ ਕੰਟਰੀਜ਼, ਠੀਕ ਹੈ। ਅਵਿਕਸਿਤ ਜਿਹੜੀਆਂ ਨੇ ਅਰਥ ਵਿਵਸਥਾਵਾਂ, ਜਿੱਦਾਂ ਅਫਰੀਕਾ ਕੰਟੀਨੈਂਟ ਦੇ ਜ਼ਿਆਦਾਤਰ ਦੇਸ਼ ਨੇ, ਜਿੱਥੇ ਹਜੇ ਵੀ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਤੱਕ ਹੀ ਉਹਦੀ ਲੜਾਈ ਚੱਲ ਰਹੀ ਹੈਗੀ ਆ। ਤਾਂ ਅਸੀਂ ਭਾਰਤ ਨੇ ਦੇਖਣਾ ਕਿ ਭਾਰਤ ਕਿਸ ਤਰ੍ਹਾਂ ਉਸ ਅਵਿਕਸਿਤ ਤੋਂ ਹੋਣ ਵਾਲੀ ਵਿਕਾਸਸ਼ੀਲ ਅਰਥ ਵਿਵਸਥਾ ਤੱਕ ਪਹੁੰਚਿਆ ਹੈਗਾ ਆ ਵਪਾਰ ਦੇ, ਤੇ ਉਹ ਜਿਹੜੇ ਤਰੀਕੇ ਨੇ ਬਿਜ਼ਨਸ ਦੀਆਂ ਜਿਹੜੇ ਪਰੰਪਰਾਵਾਂ ਨੇ ਉਹਨਾਂ ਨੂੰ ਲੈ ਕੇ, ਠੀਕ। ਤੇ ਲਾਸਟ ਸਾਡੇ ਕੋਲ ਕੰਪੀਟੈਂਸੀ ਹੈ ਜਿਹੜੀ, ਉਹ ਹੈ ਅਰਥ ਸ਼ਾਸਤਰ ਨੂੰ ਲੈ ਕੇ ਹੈ ਕਿ ਚੈਲੰਜਸ ਟੂ ਇੰਡੀਆ ਐਜ਼ ਏ ਪ੍ਰੋਗਰੈਸਿਵ ਸੁਸਾਇਟੀ। ਭਾਰਤ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਅੱਜ ਦੇ ਪ੍ਰੋਗਰੈਸਿਵ ਸੁਸਾਇਟੀ ਬਣਨ ਲਈ, ਵਿਕਾਸਸ਼ੀਲ ਬਣ ਗਏ ਆ ਪਰ ਅਸੀਂ ਵਿਕਸਿਤ ਕਿਉਂ ਨਹੀਂ ਬਣ ਰਹੇ, ਜਿਹੜਾ ਅਸੀਂ ਕਹਿ ਰਹੇ ਹਾਂ ਕਿ ਸਾਡਾ ਟਾਰਗੇਟ ਹੈਗਾ ਆ ਕਿ ਵਰਲਡ ਦੀ ਅਸੀਂ ਥਰਡ ਜਿਹੜੀ ਬਿਗੇਸਟ ਇਕੋਨਮੀ ਆ ਉਹ ਬਣ ਜਾਵਾਂਗੇ, ਅਰਥ ਵਿਵਸਥਾ ਬਣ ਜਾਵਾਂਗੇ। ਕੀ ਚੈਲੰਜਸ ਆ ਰਹੀਆਂ ਨੇ ਉਹਦੇ ਵਿੱਚ, ਠੀਕ ਹੈ। ਨੇਸ਼ਨ ਸੱਚ ਐਜ਼ ਇੰਡੀਆ ਇਜ਼ ਵਨ ਆਫ ਦਾ ਰਿਕੋਗਨਾਈਜ਼ਸ ਨਾਟ ਓਨਲੀ ਇਟਸ ਸਿਵਲਾਈਜੇਸ਼ਨਲੀ ਸਟਰੈਂਥ, ਸਾਡੀ ਜਿਹੜੀ ਸੱਭਿਅਤਾ ਬੜੀ ਉਹ ਸੀ, ਬਟ ਇਹਦੀਆਂ ਜਿਹੜੀਆਂ ਸੋਸ਼ੋ ਇਕਨੋਮਿਕ ਕਲਚਰਸ ਨੇ, ਠੀਕ ਹੈ, ਜਿਹੜੇ ਸਾਡੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਪੋਲੀਟੀਕਲ, ਰਾਜਨੀਤਿਕ ਜਿਹੜੀਆਂ ਚੁਣੌਤੀਆਂ ਨੇ ਉਹ ਕੀ ਕਰ ਰਹੀਆਂ ਨੇ, ਉਹ ਐਫਰਟਸ ਨੂੰ ਅਸੀਂ ਇੱਥੇ ਦੇਖਣਾ ਹੈ ਵੀ ਉਹ ਕਿਹੜੀਆਂ ਨੇ, ਤਾਂ ਕਿ ਜਿਹੜਾ ਭਾਰਤ ਆ ਇਹਦੇ ਵਿੱਚ ਖੁਸ਼ਹਾਲੀ, ਪੂਰਨਤਾ ਤੇ ਨਿਆਂਪੂਰਵਕ ਤੇ ਜਿਹੜੀ ਸਰਵ ਵਿਆਪਕ ਹਾਰਮੋਨੀਅਮ ਜਿਹੜੀ ਡਿਵੈਲਪਮੈਂਟ ਆ ਉਹਦੇ ਲਈ ਅਸੀਂ ਵੱਧ ਸਕੀਏ। ਤਾਂ ਸਾਡੇ ਕੋਲ ਮੇਨ 3 ਕਨਸੈਪਟ ਨੇ, ਫ੍ਰੀ ਟ੍ਰੇਡ, ਫ੍ਰੀ ਮਾਰਕੀਟ, ਖੁੱਲੀ ਅਰਥ ਵਿਵਸਥਾ, ਬਿਜ਼ਨਸ ਵਪਾਰ ਦੇ ਜੋ ਤਰੀਕੇ ਸੀਗੇ ਪੁਰਾਣੇ ਸਮੇਂ ਤੋਂ ਇੰਡੀਆ 'ਚ ਕਿੱਦਾਂ ਉਹਨੂੰ ਅੱਜ ਵਿਕਾਸਸ਼ੀਲ ਉਹਦੇ ਤੱਕ ਲੈ ਕੇ ਗਏ, ਤੇ ਚੈਲੰਜਸ ਕੀ ਨੇ ਅੱਜ ਦੇ ਸਮੇਂ ਦੇ ਵਿੱਚ। ਹੁਣ ਆਪਾਂ ਹੱਲ ਕਰਦੇ ਹਾਂ। ਉਮੀਦ ਕਰਦਾ ਤੁਹਾਨੂੰ ਇਹ ਕੰਪੀਟੈਂਸੀਜ਼ ਜਿਹੜੀਆਂ ਉਹਨਾਂ ਬਾਰੇ ਸਮਝ ਲੱਗਿਆ ਹੋਣਗੀਆਂ। ਤਾਂ ਮੈਂ ਪੇਪਰ ਨੂੰ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਉਮੀਦ ਕਰਦਾ ਤੁਸੀਂ ਸਾਰੇ ਜਿਹੜਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਹੋਵੋਗੇ, ਤੇ ਜੇ ਨਹੀਂ ਕੀਤਾ ਤਾਂ ਹੁਣ ਕਰ ਲਓ। ਤੇ ਹੁਣ ਆਪਾਂ ਇਹ ਕੁਐਸਚਨਸ ਹੱਲ ਕਰਦੇ ਹਾਂ, ਠੀਕ ਹੈ। ਤੇ ਜਦੋਂ ਤੁਹਾਨੂੰ ਅਗਰ ਲੱਗਿਆ ਕਿ ਮੈਂ ਸਹੀ ਤਰੀਕੇ ਨਾਲ ਪੜਾਇਆ ਤਾਂ ਤੁਸੀਂ ਫਿਰ ਵੀਡੀਓ ਵੀ ਲਾਈਕ ਕਰਿਓ। ਤੇ ਹੁਣ ਹੈ ਅਗਲਾ ਸਾਡਾ ਕੁਐਸਚਨ ਨੰਬਰ 1, ਠੀਕ। ਸਾਹਿਲ ਦੇ ਦਾਦਾ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਅਸੀਂ ਆਪਣੀ ਜ਼ਰੂਰਤਾਂ ਦੀ ਪੂਰਤੀ ਲਈ ਦੂਸਰਿਆਂ ਤੇ ਨਿਰਭਰ ਹਾਂ, ਉਸੇ ਤਰ੍ਹਾਂ ਦੂਸਰੇ ਵੀ ਸਾਡੇ ਉੱਤੇ ਆਪਣੀ ਜ਼ਰੂਰਤਾਂ ਲਈ ਨਿਰਭਰ ਕਰਦੇ ਨੇ, ਠੀਕ ਹੈ। ਇਸ ਪ੍ਰਕਾਰ ਅਸੀਂ ਕੀ ਆ, ਇੱਕ ਦੂਜੇ ਤੇ ਨਿਰਭਰ ਹੋਣ ਦੀ ਜਿਹੜੀ ਪ੍ਰਕਿਰਿਆ ਵਿਅਕਤੀ, ਖੇਤਰਾਂ ਤੇ ਵੱਖ-ਵੱਖ ਦੇਸ਼ਾਂ 'ਚ ਆਪਸੀ ਸੰਬੰਧ ਪੈਦਾ ਕਰਦੀ ਹੈ। ਇਸ ਦੇ ਨਤੀਜੇ ਵਜੋਂ ਕੀ ਆਉਂਦਾ ਆ, ਖੁੱਲੀ ਮਾਰਕੀਟ ਦਾ ਕੰਸੈਪਟ ਆਉਂਦਾ, ਵਿਚਾਰ ਪੈਦਾ ਹੁੰਦਾ। ਹੁਣ ਤੁਸੀਂ ਦੱਸਣਾ ਕਿ ਉਹਦੀਆਂ ਕੀ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇ। ਮੈਂ ਤੁਹਾਨੂੰ ਉੱਪਰ ਦੱਸ ਚੁੱਕਿਆ ਖੁੱਲੀ ਅਰਥ ਵਿਵਸਥਾ ਦੀਆਂ ਵਿਸ਼ੇਸ਼ਤਾਵਾਂ 'ਚ ਕੀ ਹੁੰਦਾ, ਇਹਦੇ 'ਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ। ਜਿਹੜਾ ਵਪਾਰ ਹੈ ਉਹ ਲੋਕ ਜਿਹੜੇ ਨੇ ਵੱਡੇ ਵਪਾਰੀ ਸੰਗਠਨ ਆਪਣੇ ਉਹਦੇ ਤੇ ਜਿਹੜਾ ਆ ਉਹ ਸੁਤੰਤਰ ਰੂਪ ਵਿੱਚ ਕਰਦੇ ਨੇ। ਤਾਂ ਹੁਣ ਦੇਖਦੇ ਹਾਂ, ਸਰਕਾਰਾਂ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਨਿਰਧਾਰਿਤ ਕਰਦੀਆਂ ਹਨ, ਨਹੀਂ ਜੀ, ਠੀਕ ਹੈ। ਇਹ ਕੰਟਰੋਲਡ ਇਕਨੋਮੀ ਦੇ ਵਿੱਚ ਹੁੰਦਾ ਆ। ਵੱਖ-ਵੱਖ ਰਾਜ ਸਰਕਾਰਾਂ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਉੱਪਰ, ਇੱਥੇ ਉਹ ਦੇਸ਼ ਦੀ ਸਰਕਾਰ, ਕੇਂਦਰ ਦਿੱਲੀ ਸਰਕਾਰ ਦੀ ਗੱਲ ਕਰ ਰਿਹਾ, ਇੱਥੇ ਉਹ ਰਾਜ ਸਰਕਾਰ ਪੰਜਾਬ ਜਾਂ ਹਰਿਆਣਾ ਉਹ ਸੇਵਾਵਾਂ ਤੇ ਕੀਮਤਾਂ ਉੱਪਰ ਕੰਟਰੋਲ ਕਰਦੇ ਹਨ, ਨਹੀਂ ਜੀ, ਬਿਲਕੁਲ ਨਹੀਂ ਕਰਦੇ। ਖੁੱਲੀ ਅਰਥ ਵਿਵਸਥਾ 'ਚ ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਕੀ ਹੁੰਦਾ ਆ, ਇਸ ਵਿੱਚ ਦੂਜੇ ਦੇਸ਼ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੀ ਹੁੰਦਾ ਆ, ਸੁਤੰਤਰ ਵਪਾਰ ਕੀਤਾ ਜਾਂਦਾ ਆ। ਆਯਾਤ ਅਤੇ ਨਿਰਯਾਤ ਉੱਪਰ ਕੋਈ ਰੁਕਾਵਟ ਨਹੀਂ ਹੁੰਦੀ, ਤੁਸੀਂ ਕਿੰਨਾ ਵੀ ਵਪਾਰ ਜਿਹੜਾ ਸਮਾਨ ਮੰਗਾ ਸਕਦੇ ਹੋ ਤੇ ਭੇਜ ਸਕਦੇ ਹੋ। ਆਹ 2 ਕਨਸੈਪਟ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਣਗੇ। ਆਯਾਤ ਮੀਨਸ ਸਮਾਨ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਮੰਗਾਉਣਾ, ਨਿਰਯਾਤ ਮੀਨਸ ਆਪਣੇ ਦੇਸ਼ ਤੋਂ ਬਾਹਰ ਸਮਾਨ ਭੇਜਣਾ। ਤਾਂ ਸਾਡਾ ਜਿਹੜਾ ਪਹਿਲੇ ਦਾ ਆਨਸਰ ਹੈ ਉਹ ਕੀ ਹੈਗਾ, ਨੰਬਰ 3। ਹੁਣ ਜਿਹੜਾ ਆਪਾਂ ਕਰਕੇ ਹਟਿਆ ਉਹੀ ਚੀਜ਼ ਆ ਗਈ। ਵਿਦੇਸ਼ੀ ਵਪਾਰ ਤੋਂ ਕੀ ਭਾਵ ਹੈ, ਵਿਦੇਸ਼ੀ ਵਪਾਰ ਤੋਂ ਕੀ ਭਾਵ ਹੈ, ਇੱਕ ਦੇਸ਼ ਦੁਆਰਾ ਸੰਸਾਰ ਦੇ ਦੂਜੇ ਦੇਸ਼ਾਂ ਨਾਲ ਕੀ ਕਰਨਾ, ਆਯਾਤ ਵੀ ਕਰਨਾ ਤੇ ਨਿਰਯਾਤ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਦੂਜੀ ਸਟੇਟਮੈਂਟ ਪੜ੍ਹ ਲਈ ਫਿਰ ਆਪਾਂ, ਫਿਰ ਸਹੀ ਨੂੰ ਲਿਖਾਂਗੇ। ਇੱਥੇ ਕਹਿ ਰਿਹਾ ਕਿ ਦੂਜੇ ਦੇਸ਼ਾਂ ਨਾਲ ਸਿਰਫ ਆਯਾਤ ਕਰਨਾ, ਯਾਨੀ ਕਿ ਸਿਰਫ ਸਮਾਨ ਮੰਗਾਉਣਾ। ਇੱਥੇ ਕਹਿ ਰਿਹਾ ਕਿ ਦੂਜੇ ਦੇਸ਼ਾਂ ਨੂੰ ਸਿਰਫ ਨਿਰਯਾਤ ਕਰਨਾ, ਯਾਨੀ ਕਿ ਸਮਾਨ ਭੇਜਣਾ। ਨਹੀਂ, ਵਪਾਰ ਕੀ ਹੁੰਦਾ ਆ, ਜਿਹੜੀਆਂ ਚੀਜ਼ਾਂ ਸਾਡੇ ਕੋਲ ਵਾਧੂ ਨੇ ਅਸੀਂ ਬਾਹਰ ਭੇਜਦੇ ਹਾਂ, ਉਹਨਾਂ ਦਾ ਨਿਰਯਾਤ ਕਰਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹੈ ਉਹਨਾਂ ਦਾ ਅਸੀਂ ਆਯਾਤ ਕਰਦੇ ਹਾਂ, ਯਾਨੀ ਕਿ ਇੱਕ ਲੈਣ ਦੇਣ, ਉਹਨੂੰ ਹੀ ਵਪਾਰ ਜੋ ਵਿਦੇਸ਼ਾਂ ਨਾਲ ਹੁੰਦਾ ਉਹਨੂੰ ਅਸੀਂ ਵਿਦੇਸ਼ੀ ਵਪਾਰ ਕਹਿੰਦੇ ਹਾਂ। ਤਾਂ ਦੂਜੇ ਦਾ ਆਨਸਰ 1 ਸਹੀ ਹੈਗਾ, ਠੀਕ ਹੈ ਜੀ। ਤੀਸਰਾ ਹੈ, ਹੇਠ ਲਿਖੇ ਤੱਥਾਂ ਦਾ ਵਿਸ਼ਲੇਸ਼ਣ ਕਰੋ, ਦੱਸੋ ਕਿਹੜਾ ਕਥਨ ਸਹੀ ਹੈ। ਵਿਸ਼ਵੀਕਰਨ, ਜਿਹਨੂੰ ਗਲੋਬਲਾਈਜੇਸ਼ਨ ਕਹਿੰਦੇ ਆ, ਘਰੇਲੂ ਅਰਥ ਵਿਵਸਥਾ, ਡੋਮੈਸਟਿਕ ਇਕਨੋਮੀ, ਬਹੁਰਾਸ਼ਟਰੀ ਕੰਪਨੀਆਂ, ਮਲਟੀਨੈਸ਼ਨਲ ਕੰਪਨੀਜ਼, MNCs ਦੇ ਵਿਦੇਸ਼ੀ ਵਪਾਰ ਅਤੇ ਵਿਦੇਸ਼ੀ ਨਿਵੇਸ਼ ਲਈ ਬਾਕੀ ਸਰਕਾਰਾਂ,
ਬਾਕੀ ਸੰਸਾਰ ਲਈ ਖੋਲ੍ਹਣਾ, ਉਹਨੂੰ ਵਿਸ਼ਵੀਕਰਨ ਕਿਹਾ ਜਾਂਦਾ ਆ। ਬਿਲਕੁਲ ਸਹੀ ਆ। ਬਹੁਰਾਸ਼ਟਰੀ ਨਿਗਮ ਇੱਕ ਅਜਿਹੀ ਕਾਰੋਬਾਰੀ ਕੰਪਨੀ ਹੁੰਦੀ ਹੈ ਜੋ ਇੱਕੋ ਸਮੇਂ ਆਪਣੀ ਕਾਰੋਬਾਰੀ ਕਿਰਿਆਵਾਂ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਚਲਾਉਂਦੀ ਹੈ। ਠੀਕ ਹੈ, ਮਲਟੀਨੈਸ਼ਨਲ ਕੰਪਨੀਜ਼ ਜਿੱਦਾਂ LG ਆ, ਠੀਕ ਹੈ, ਕੋਲਗੇਟ ਹੈ, ਬਹੁਤ ਸਾਰੀਆਂ ਕੰਪਨੀ ਨੇ, ਠੀਕ, ਜਿੱਦਾਂ ਮਾਈਕਰੋਸਾਫਟ ਹੈਗੀ ਆ। ਇਹ ਤੁਹਾਨੂੰ ਸਾਰੇ ਦੇਸ਼ਾਂ ਵਿੱਚ ਮਿਲੂਗੇ। ਅਗਰ ਸ਼ੂਜ਼ ਦੀ ਗੱਲ ਕਰਦੇ ਹੋ, ਰੀਬੌਕ ਹੈ, ਆਡੀਡਾਸ ਹੈ, ਜਿਹੜੇ ਮਰਜ਼ੀ ਦੇਸ਼ ਚਲ ਜਾਓ ਤੁਹਾਨੂੰ ਇਹ ਮਲਟੀਨੈਸ਼ਨਲ ਕੰਪਨੀਜ਼ ਮਿਲਣਗੀਆਂ। ਤਾਂ ਸਾਰੇ ਦੇਸ਼ਾਂ 'ਚ ਕਾਰੋਬਾਰ ਕਰਦੀਆਂ ਨੇ, ਇਸ ਕਰਕੇ ਦੋਨੋਂ ਕਥਨ ਕੀ ਨੇ, ਸਹੀ ਨੇ। ਤਾਂ ਇਸ ਕਰਕੇ ਸਾਡਾ ਆਨਸਰ ਹੈ ਜਿਹੜਾ ਉਹ ਕੀ ਹੋਊਗਾ, ਆਪਸ਼ਨ ਨੰਬਰ 3, ਕਥਨ 1 ਤੇ ਕਥਨ 2 ਦੋਵੇਂ ਸਹੀ ਹਨ। ਹੁਣ ਹੈ ਉਹ ਕਿਹੜਾ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨ ਹੈ। ਇੱਥੋਂ ਨਾਮ ਤੋਂ ਹੀ ਕਲੀਅਰ ਹੋ ਰਿਹਾ, ਦੇਖੋ, ਅੰਤਰਰਾਸ਼ਟਰੀ ਵਪਾਰ ਸੰਬੰਧੀ ਨਿਯਮ ਬਣਾਉਂਦਾ ਹੈ। ਕਾਹਦੇ ਸੰਬੰਧੀ ਨਿਯਮ ਬਣਾਉਂਦਾ? ਅੰਤਰਰਾਸ਼ਟਰੀ ਵਪਾਰ ਸੰਬੰਧੀ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ਤੇ ਕਰ ਅਤੇ ਗੈਰ ਕਰ ਪ੍ਰਤਿਬੰਧਾਂ ਨੂੰ ਘਟਾ ਕੇ ਵਸਤੂਆਂ ਅਤੇ ਸੇਵਾਵਾਂ ਨੂੰ ਮੁਕਤ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਤਾਂ ਉਹ ਕੌਣ ਹੈ? ਉਹ ਹੈਗਾ ਵਿਸ਼ਵ ਵਪਾਰ ਸੰਗਠਨ, ਜਿਹਨੂੰ ਅਸੀਂ ਬੋਲਦੇ ਹਾਂ ਵਰਲਡ WTO, ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਠੀਕ ਹੈ, ਉਹ ਕੀ ਕਰਦੀ ਹੈ? ਉਹ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਫ੍ਰੀ ਮਾਰਕੀਟ ਹੈ ਉਹਦੇ ਲਈ ਆਪਣੇ ਕਰ ਤੇ ਜਿਹੜੇ ਬਾਕੀ ਦੇਸ਼ਾਂ ਨੂੰ ਜਿਹੜੇ ਲਗਾਉਂਦੇ ਨੇ ਉਹਨਾਂ ਨੂੰ ਉਹ ਕਨਵਿੰਸ ਕਰਦੀ ਆ ਕਿ ਤੁਸੀਂ ਟੈਕਸ ਘਟਾਓ, ਤਾਂ ਕਿ ਸਾਰਾ ਦੇਸ਼ ਹੈ ਜਿਹੜਾ ਉਹ ਪੂਰਾ ਗਲੋਬਲਾਈਜ਼ ਹੋ ਸਕੇ, ਵਿਸ਼ਵੀਕਰਨ ਉਹਦਾ ਹੋ ਸਕੇ। ਤਾਂ ਇਹਦਾ ਆਪਸ਼ਨ ਨੰਬਰ 2 ਸਹੀ ਹੈਗਾ। ਅੱਗੇ ਹੈ, ਗੁਰਮਨ ਦੇ ਅਧਿਆਪਕ ਕਲਾਸ ਵਿੱਚ ਦੱਸਿਆ ਕਿ ਪ੍ਰਾਚੀਨ ਸਮੇਂ ਤੋਂ ਹੀ ਭਾਰਤ ਦਾ ਵਿਦੇਸ਼ੀ ਵਪਾਰ ਵੱਖ-ਵੱਖ ਦੇਸ਼ਾਂ ਨਾਲ ਰਿਹਾ। ਪੁਰਾਣੇ ਸਮੇਂ 'ਚ, ਹੁਣ ਇੱਥੇ ਗੱਲ ਖਿਆਲ ਰੱਖਣਾ, ਜਦੋਂ ਇੰਡਸਟਰੀ ਭਾਰਤ ਵਿੱਚ ਨਹੀਂ ਸੀ ਬਹੁਤ ਜ਼ਿਆਦਾ, ਉਸ ਸਮੇਂ ਅਸੀਂ ਵਸਤੂਆਂ ਅਤੇ ਸੇਵਾਵਾਂ ਦਾ ਆਪਸੀ ਆਦਾਨ ਪ੍ਰਦਾਨ ਕੀਤਾ ਜਾਂਦਾ ਸੀ। ਤਾਂ ਤੁਸੀਂ ਦੱਸਣਾ ਪ੍ਰਾਚੀਨ ਭਾਰਤ ਵਿੱਚ ਜਿਹੜਾ ਇੱਕ ਸ਼ਹਿਰ ਸੀ ਸਮਰਾਟ ਅਸ਼ੋਕ ਦੇ ਸਮੇਂ, ਜੋ ਵਣਜ ਅਤੇ ਵਪਾਰ ਦਾ ਮਹੱਤਵਪੂਰਨ ਕੇਂਦਰ ਸੀ। ਹੁਣ ਇਹ ਇਤਿਹਾਸ ਦਾ ਕੁਐਸਚਨ ਆ ਗਿਆ। ਠੀਕ ਹੈ, ਹੁਣ ਅਗਰ ਆਪਾਂ ਦੇਖੀਏ ਤਾਂ ਜਿਹੜਾ ਮੌਰੀਆ ਵੰਸ਼ ਹੋਇਆ, ਠੀਕ ਹੈ, ਮੌਰੀਆ ਵੰਸ਼ ਦੇ ਵਿੱਚ ਸਾਨੂੰ ਅਸ਼ੋਕ ਸਮਰਾਟ ਮਿਲਦਾ। ਜਿਹੜੇ ਮੌਰੀਆ ਵੰਸ਼ ਦੇ ਰਾਜਾ ਸੀ ਉਹਨਾਂ ਦੀ ਰਾਜਧਾਨੀ ਸੀਗੀ ਪਾਟਲੀਪੁੱਤਰ। ਤਾਂ ਰਾਜਧਾਨੀ ਤੋਂ ਹੀ ਉਹ ਜ਼ਿਆਦਾਤਰ ਵਪਾਰ ਤੇ ਉਹ ਸਾਰਾ ਕੁਝ ਕਰਦੇ ਸੀ। ਨਾਲੰਦਾ ਸੀ ਜਿਹੜਾ ਇੱਕ ਸਾਡੇ ਕੋਲ ਸਿੱਖਿਆ ਦਾ ਕੇਂਦਰ ਸੀ, ਯੂਨੀਵਰਸਿਟੀ ਸੀ ਉਰੇ। ਮਥੁਰਾ ਜਿਹੜਾ ਇਹ ਵਪਾਰ ਦਾ ਕੇਂਦਰ ਤਾਂ ਸੀ, ਪਰ ਇਹ ਜ਼ਿਆਦਾ ਧਾਰਮਿਕ ਸਥਾਨ ਸੀ, ਤੇ ਉਜੈਨ ਵੀ ਧਾਰਮਿਕ ਸਥਾਨ ਸੀਗਾ। ਠੀਕ ਹੈ, ਅੱਜ ਵੀ ਹੈਗੇ ਨੇ ਇਹ। ਤਾਂ ਉਸ ਸਮੇਂ ਜੋ ਅਸ਼ੋਕ ਦੇ ਸਮੇਂ ਜੋ ਇੱਕ ਮੌਰੀਆ ਸਮਰਾਟ ਸੀ, ਜਿਹਨੂੰ ਅਸ਼ੋਕ ਮਹਾਨ ਵੀ ਕਹਿੰਦੇ ਆ, ਉਸ ਸਮੇਂ ਜਿਹੜਾ ਵਪਾਰ ਤੇ ਵਣਜ ਦਾ ਕੇਂਦਰ ਪਾਟਲੀਪੁੱਤਰ ਸੀ। ਪੁਰਾਤਨ ਸਮੇਂ ਦੇ ਰੋਮ ਨਾਲ ਸਮੁੰਦਰੋਂ ਪਾਰ ਵਪਾਰ ਦਾ ਵਰਣਨ ਪਟੋਲਮੀ ਦੇ ਭੂਗੋਲ ਅਤੇ ਸੰਗਮ ਸਾਹਿਤ ਵਿੱਚ ਕੀਤਾ ਗਿਆ। ਠੀਕ ਹੈ ਜੀ। ਰੋਮ ਦੇ ਬਹੁਤ ਸਾਰੇ ਸਿੱਕੇ ਭਾਰਤ ਦੀਆਂ ਬੰਦਰਗਾਹਾਂ ਤੇ ਸ਼ਹਿਰਾਂ ਵਿੱਚ ਵੀ ਮਿਲੇ। ਹੁਣ ਤੁਸੀਂ ਦੱਸ ਸਕਦੇ ਹੋ ਕਿ ਭਾਰਤ ਰੋਮ ਨੂੰ ਕਿਹੜੀਆਂ ਚੀਜ਼ਾਂ ਦਾ ਨਿਰਯਾਤ ਕਰਦਾ ਸੀ? ਨਿਰਯਾਤ ਦਾ ਮਤਲਬ ਆਪਣੇ ਦੇਸ਼ ਤੋਂ ਬਾਹਰ ਭੇਜਦਾ ਸੀ। ਮੈਂ ਤੁਹਾਨੂੰ ਦੱਸਿਆ ਕਿ ਭਾਰਤ ਜਿਹਦੇ ਵਿੱਚ ਮਸਾਲੇ, ਜਿਸ ਤਰ੍ਹਾਂ ਆਪਾਂ ਕੇਰਲਾ ਸਾਡਾ ਹੈਗਾ, ਸਭ ਤੋਂ ਪਹਿਲਾਂ ਪੁਰਤਗਾਲੀ 1497 ਵਿੱਚ ਵਾਸਕੋ ਡੀ ਗਾਮਾ ਉੱਥੇ ਹੀ ਆਇਆ ਸੀ। ਤਾਂ ਉੱਥੇ ਕੀ ਸੀ? ਮਸਾਲੇ ਸੀਗੇ। ਭਾਰਤ ਦੀ ਜਿਹੜਾ ਬੰਗਲਾਦੇਸ਼ ਹੈ ਉਸ ਸਮੇਂ ਭਾਰਤ ਦਾ ਹਿੱਸਾ ਸੀ, ਉੱਥੇ ਦੀ ਮਲਮਲ ਜਾਂ ਭਾਰਤ ਦੀ ਕਾਟਨ ਵਿਸ਼ਵ ਪ੍ਰਸਿੱਧ ਰਹੀ ਆ। ਇੱਥੋਂ ਹੀਰੇ ਵੀ ਬਹੁਤ ਜ਼ਿਆਦਾ ਜਿਹੜੇ ਸੀਗੇ ਉਹ ਸੀਗੇ, ਜੋ ਹੀਰੇ ਬਹੁਤ ਜ਼ਿਆਦਾ ਮਿਲਦੇ ਸੀ। ਤਾਂ ਹੁਣ ਜਿਹੜਾ ਇਹ ਤਿੰਨੋਂ ਚੀਜ਼ਾਂ ਭਾਰਤ ਦੇ ਵਿੱਚ ਹੁੰਦੀਆਂ ਸੀ, ਜਿਹੜੀਆਂ ਬਾਕੀ ਚੀਜ਼ਾਂ ਰੇਸ਼ਮੀ ਕੱਪੜਾ ਜਾਂ ਜਿਹੜਾ ਟੈਕਨੋਲੋਜੀ ਆ ਉਹ ਨਹੀਂ ਹੁੰਦੀ ਸੀ, ਉਹ ਬਾਹਰੋਂ ਲੈ ਕੇ ਆਉਂਦੇ ਸੀ। ਇਹ ਤਿੰਨੇ ਚੀਜ਼ਾਂ ਭੇਜਦੇ ਸੀ। ਇਸ ਕਰਕੇ ਸਾਡਾ ਆਨਸਰ ਹੈ 4 ਉਪਰੋਕਤ ਸਾਰੇ। ਅੱਗੇ ਹੈ, ਸਿੱਧੂ ਘਾਟੀ ਦੀ ਸਭਿਅਤਾ ਸਮੇਂ ਕਿਹੜਾ ਸ਼ਹਿਰ ਸਮੁੰਦਰੀ ਬੰਦਰਗਾਹ ਦਾ ਮੁੱਖ ਕੇਂਦਰ ਸੀ? ਸਮੁੰਦਰੀ ਵਪਾਰ ਸੀ ਜਿੱਥੋਂ ਹੁੰਦਾ। ਠੀਕ ਹੈ, ਹੁਣ ਬੰਦਰਗਾਹ ਹੋਣ ਲਈ ਪਹਿਲੀ ਸ਼ਰਤ ਤਾਂ ਇਹੀ ਹੈ ਕਿ ਉਹ ਕੀ ਹੋਣਾ ਚਾਹੀਦਾ ਹੈ? ਸਮੁੰਦਰ ਦੇ ਕੰਢੇ ਤੇ ਹੋਣਾ ਚਾਹੀਦਾ। ਤਾਂ ਇਹਨਾਂ ਵਿੱਚੋਂ ਜਿਹੜਾ ਸ਼ਹਿਰ ਸਮੁੰਦਰ ਦੇ ਕੰਢੇ ਹੈ ਉਹ ਹੈਗਾ ਗੁਜਰਾਤ ਦੇ ਵਿੱਚ ਪੈਂਦਾ ਲੋਥਲ। ਲੋਥਲ ਉਸ ਸਮੇਂ ਦੀ ਬਹੁਤ ਵੱਡੀ ਬੰਦਰਗਾਹ ਸੀ। ਠੀਕ ਹੈ, ਗੁਜਰਾਤ ਦੇ ਵਿੱਚ ਅੱਜ ਵੀ ਹੈ, ਜਿੱਥੇ ਕਿ ਤੁਹਾਨੂੰ ਜਿਹੜਾ ਜਾ ਕੇ ਅਗਰ ਤੁਸੀਂ ਦੇਖੋ ਤਾਂ ਤੁਹਾਨੂੰ ਉੱਥੇ ਪੁਰਾਤਨ ਜਿਹੜੀਆਂ ਚੀਜ਼ਾਂ ਨੇ, ਉੱਥੇ ਜਿਹੜਾ ਆ ਉਹ ਇੱਕ ਮਿਊਜ਼ੀਅਮ ਬਣਿਆ ਹੋਇਆ, ਉੱਥੇ ਅੱਜ ਵੀ ਪਈਆਂ ਨੇ। ਠੀਕ ਹੈ, ਤਾਂ ਇਹਦਾ ਸਾਡਾ ਹੈ ਸਿੰਧੂ ਘਾਟੀ ਦੀ ਸਭਿਅਤਾ ਸਮੇਂ ਲੋਥਲ ਜਿਹੜਾ ਸੀ ਉਹ ਬਹੁਤ ਵੱਡਾ ਇੱਕ ਸਮੁੰਦਰੀ ਬੰਦਰਗਾਹ ਸੀ, ਜੋ ਗੁਜਰਾਤ ਦੇ ਵਿੱਚ ਹੈਗੀ ਆ। ਅੱਗੇ ਹੈ 8 ਨੰਬਰ ਤੇ, ਨਦੀਆਂ ਅਤੇ ਦਰਿਆ ਕਿਸੇ ਦੇਸ਼ ਦਾ ਅਨਮੁੱਲਾ ਖਜ਼ਾਨਾ ਹੁੰਦੇ ਹਨ। ਠੀਕ ਹੈ ਜੀ। ਸ਼ੁਰੂ ਤੋਂ ਮਨੁੱਖ ਨਦੀਆਂ ਦੇ ਆਸ-ਪਾਸ ਹੀ ਰਹਿੰਦਾ ਸੀ। ਕਿਉਂ ਰਹਿੰਦਾ ਸੀ? ਕਿਉਂਕਿ ਨਦੀਆਂ ਤੋਂ ਪਾਣੀ ਦੀ ਲੋੜ ਸੀ। ਉਸ ਸਮੇਂ ਮੋਟਰਾਂ ਜਾਂ ਨਲਕੇ ਤਾਂ ਹੈ ਨਹੀਂ ਸੀ। ਠੀਕ, ਫਿਰ ਨਦੀਆਂ ਕੀ ਮਨੁੱਖ ਅਤੇ ਵਸਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈਣ ਲਈ ਆਵਾਜਾਈ ਦੇ ਸਾਧਨ ਪ੍ਰਦਾਨ ਕਰਦੀਆਂ ਸਨ। ਭਾਰੀ ਸਮਾਨ ਸੀ ਜਿਹੜਾ ਉਹ ਕੀ ਹੁੰਦਾ ਸੀਗਾ, ਉਹ ਨਦੀਆਂ ਦੇ ਥਰੂ ਹੀ ਭੇਜਿਆ ਜਾਂਦਾ ਸੀਗਾ ਤੇ ਮੰਗਾਇਆ ਜਾਂਦਾ ਸੀ, ਕਿਉਂਕਿ ਸੜਕਾਂ ਉਸ ਸਮੇਂ ਨਹੀਂ ਸੀਗੀਆਂ ਬਹੁਤ ਜ਼ਿਆਦਾ। ਤਾਂ ਹੁਣ ਤੁਸੀਂ ਦੱਸਣਾ, ਕਹਿੰਦਾ ਪ੍ਰਾਚੀਨ ਭਾਰਤ ਦੇ ਅੰਦਰੂਨੀ ਵਪਾਰ। ਹੁਣ ਇੱਥੇ ਉਹ ਵਿਦੇਸ਼ੀ ਵਪਾਰ ਦੀ ਗੱਲ ਨਹੀਂ ਕਰ ਰਿਹਾ, ਉਹ ਕੀ ਕਰ ਰਿਹਾ? ਭਾਰਤ ਦੇ ਵਿੱਚ ਵਪਾਰ ਆ ਜਿਹੜਾ, ਉਹ ਕਿਸ ਨਦੀ ਦੁਆਰਾ ਕੀਤਾ ਜਾਂਦਾ ਸੀ? ਸਾਨੂੰ ਪਤਾ ਆ ਕਿ ਉੱਤਰ ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਆ? ਉਹ ਹੈਗੀ ਆ ਗੰਗਾ।
ਠੀਕ ਹੈ। ਤਾਂ ਇਸ ਕਰਕੇ ਭਾਰਤ ਦਾ ਜ਼ਿਆਦਾਤਰ ਵਪਾਰ ਉੱਤਰ ਭਾਰਤ ਦੇ ਵਿੱਚ ਉਹ ਕਿਹਦੇ ਦੁਆਰਾ ਹੁੰਦਾ ਸੀ? ਗੰਗਾ ਦੁਆਰਾ ਮੁੱਖ ਭੂਮਿਕਾ ਨਿਭਾਈ ਜਾਂਦੀ ਸੀ। ਸਰਸਵਤੀ ਛੋਟੀ ਨਦੀ ਸੀ, ਜਮਨਾ ਵੀ ਛੋਟੀ ਨਦੀ ਸੀ, ਰਾਵੀ ਸੀ ਜਿਹੜੀ ਉਹ ਹੁਣ ਵੀ ਚੱਲਦੀ ਆ, ਠੀਕ ਹੈ, ਜਮਨਾ ਵੀ ਹੈ, ਪਰ ਇਹ ਇੰਨੀਆਂ ਵੱਡੀਆਂ ਨਦੀਆਂ ਨਹੀਂ ਸੀ ਜਿਨ੍ਹਾਂ ਦੇ ਵਿੱਚ ਵਪਾਰ ਹੋ ਸਕਦਾ। ਤਾਂ ਗੰਗਾ ਨਦੀ ਸੀ ਜਿਹੜੀ ਉਹ ਮੁੱਖ ਭੂਮਿਕਾ ਨਿਭਾਉਂਦੀ ਸੀ। ਹੁਣ ਸਾਨੂੰ ਦਿੱਤਾ ਹੋਇਆ ਵਰਲਡ ਦਾ ਮੈਪ, ਸੰਸਾਰ ਦਾ ਨਕਸ਼ਾ ਦਿੱਤਾ ਹੋਇਆ। ਨਕਸ਼ੇ ਨੂੰ ਕਹਿੰਦੇ ਧਿਆਨ ਨਾਲ ਦੇਖੋ ਕਿ ਆਵਾਜਾਈ ਦੇ ਕਿਹੜੇ ਮਾਰਗ ਬਾਰੇ ਗੱਲ ਕਰ ਰਿਹਾ ਹੈ। ਹੁਣ ਅਗਰ ਆਪਾਂ ਨਕਸ਼ੇ ਦੇ ਬਾਰੇ ਗੱਲ ਕਰਦੇ ਹਾਂ ਤਾਂ ਤੁਹਾਨੂੰ ਦੇਖ ਕੇ ਬਿਲਕੁਲ ਕਲੀਅਰ ਹੁੰਦਾ ਕਿ ਜੋ ਰੂਟ ਦਿਖਾਏ ਹੋਏ ਨੇ ਉਹ ਸਾਰੇ ਕੀ ਦਿਖਾਏ ਹੋਏ ਨੇ? ਪਾਣੀ ਦੇ ਵਿੱਚ ਹੀ ਦਿਖਾਏ ਹੋਏ ਨੇ। ਸਾਨੂੰ ਪਤਾ ਨਕਸ਼ਿਆਂ ਦੇ ਵਿੱਚ ਨੀਲਾ ਭਾਗ ਪਾਣੀ ਲਈ ਦਿਖਾਇਆ ਜਾਂਦਾ ਆ, ਜਾਣੀ ਕਿ ਸਮੁੰਦਰ ਲਈ ਦਿਖਾਇਆ ਜਾਂਦਾ। ਤਾਂ ਇਹ ਸਾਰੇ ਰਸਤੇ ਕੀ ਨੇ? ਸਮੁੰਦਰ ਦੇ ਵਿੱਚ ਨੇ। ਅਗਰ ਜਿਹੜੇ ਨੇ ਸੜਕ ਹੋ ਹੀ ਨਹੀਂ ਸਕਦੇ ਕਿਉਂਕਿ ਧਰਤੀ ਤੇ ਹੈ ਨਹੀਂ, ਹਵਾਈ ਵੀ ਹੈ ਨਹੀਂ, ਹਵਾਈ ਕੱਲੇ ਸਮੁੰਦਰ ਚੋਂ ਨਹੀਂ ਹਵਾਈ ਜਹਾਜ਼ ਚੱਲਦਾ। ਹਵਾਈ ਜਹਾਜ਼ ਆ ਜਿਹੜਾ ਉਹ ਕੀ ਚੱਲਦਾ ਆ? ਉਹ ਲੈਂਡ ਸਾਡੇ ਅਗਰ ਆਪਾਂ ਆਸਮਾਨ ਦੇਖਦੇ ਹਾਂ ਤਾਂ ਸਾਡੇ ਉੱਪਰੋਂ ਵੀ ਚੱਲਦਾ ਆ। ਰੇਲ ਮਾਰਗ ਵੀ ਜਿਹੜਾ ਸੀ ਉਹ ਜ਼ਮੀਨ ਤੇ ਹੋਣਾ ਸੀ, ਪਰ ਇਹ ਰਸਤੇ ਨੇ ਸਿਰਫ ਕਿੱਥੇ ਨੇ? ਸਮੁੰਦਰ ਦੇ ਨੇ। ਇਸ ਕਰਕੇ ਕਿਹੜੇ ਨੇ? ਸਮੁੰਦਰੀ ਮਾਰਗ ਨੇ। ਭਾਰਤ ਦੇਸ਼ ਤੇਜ਼ੀ ਨਾਲ ਤਰੱਕੀ ਦੀ ਰਾਹ ਤੇ ਅੱਗੇ ਵਧ ਰਿਹਾ ਹੈ। ਬਹੁਤ ਸਾਰੀਆਂ ਸਮਾਜਿਕ, ਆਰਥਿਕ, ਧਾਰਮਿਕ ਜਿਹੜੀਆਂ ਨੇ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਭਾਰਤ ਕਿਹੜੀ ਸਮਾਜਿਕ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ? ਸਮਾਜਿਕ ਮੀਨਸ ਜਿਹਦਾ ਸਮਾਜ ਨਾਲ ਵੀ ਸੰਬੰਧ ਆ, ਠੀਕ, ਤੇ ਆਰਥਿਕਤਾ ਨਾਲ ਵੀ ਸੰਬੰਧ ਆ। ਉਹ ਸਮੱਸਿਆ ਆਮਦਨ ਦੀ ਨਾ ਬਰਾਬਰੀ, ਠੀਕ ਹੈ, ਇਹ ਸਮੱਸਿਆ ਸਮਾਜਿਕ ਵੀ ਆ ਤੇ ਆਰਥਿਕ ਵੀ ਆ। ਗਰੀਬੀ, ਇਹ ਵੀ ਸਮੱਸਿਆ ਸਮਾਜਿਕ ਤੇ ਆਰਥਿਕ ਹੈਗੀ ਆ। ਬੇਰੁਜ਼ਗਾਰੀ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਇਹ ਵੀ ਸਮੱਸਿਆ ਹੈ। ਤਾਂ ਇਸ ਕਰਕੇ ਸਾਡੀਆਂ ਇਹ ਤਿੰਨੋਂ ਸਮੱਸਿਆਵਾਂ ਹੈਗੀਆਂ ਨੇ ਤਾਂ ਉਪਰੋਕਤ ਸਾਰੀਆਂ। ਅੱਗੇ ਸਾਡੇ ਕੋਲ ਆ ਗਿਆ ਸਵਾਲ ਸਾਡੇ ਜਿਹੜਾ ਆ ਨਾਗਰਿਕ ਸ਼ਾਸਤਰ ਉਹਦੇ ਵਿੱਚੋਂ। ਭਾਰਤੀ ਸੰਵਿਧਾਨ ਜਿਹੜਾ ਆ ਭਾਰਤ ਦੇ ਨਾਗਰਿਕਤਾ ਦੀ ਸੁਤੰਤਰਤਾ, ਨਿਆਂ, ਸਮਾਨਤਾ, ਭਾਈਚਾਰੇ ਨੂੰ ਯਕੀਨੀ ਬਣਾਉਂਦਾ ਹੈ। ਭਾਰਤੀ ਸੰਵਿਧਾਨ ਦੀ ਜਿਹੜੀਆਂ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦੀ ਹੈ? ਹੁਣ ਇਹ ਸਾਡਾ ਸਵਿਕਸ ਦਾ ਪਾਠ ਹੈ ਨਾਗਰਿਕ ਸ਼ਾਸਤਰ, ਠੀਕ ਹੈ। ਇਹਨੂੰ ਵੀ ਤੁਸੀਂ ਜਿਹੜਾ ਆ ਇਹਦਾ ਮਤਲਬ ਇਹ ਵੀ ਸਾਡੇ 25 ਅਕਤੂਬਰ ਵਾਲੇ ਪਾਠ ਜਿਹੜਾ ਸਿਲੇਬਸ ਹੈ ਉਹਦਾ ਹਿੱਸਾ ਹੈ। ਤਾਂ ਇਹ ਲੈਸਨ ਵੀ ਤੁਸੀਂ ਕਰਨਾ ਹੈਗਾ ਆ। ਤਾਂ ਹੁਣ ਇਹਦੇ ਵਿੱਚ ਕੀ ਹੈ? ਹੁਣ ਕਹਿੰਦਾ ਨਾਗਰਿਕਾਂ ਦੀ ਸੁਤੰਤਰਤਾ, ਨਿਆਂ, ਸਮਾਨਤਾ, ਭਾਈਚਾਰੇ ਨੂੰ ਯਕੀਨੀ ਬਣਾਉਣਾ। ਇਹ ਕਿਹੜੀ ਧਾਰਾ 'ਚ ਆ? ਰਾਈਟ ਟੂ ਇਕੁਐਲਿਟੀ ਹੈ ਸਾਨੂੰ ਬਿਫੋਰ ਲਾਅ, ਠੀਕ। ਧਾਰਾ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦੀ ਹੈ। ਤਾਂ ਉਹ ਕਿਹੜੀ ਹੈਗੀ ਆ? ਉਹ ਹੈਗੀ ਆਰਟੀਕਲ, ਸਾਡਾ ਪਹਿਲਾ ਅਧਿਕਾਰ ਹੈ। ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸ਼ੁਰੂ ਹੀ ਇੱਥੋਂ ਹੁੰਦੇ ਨੇ ਆਰਟੀਕਲ 14 ਤੋਂ, ਠੀਕ ਹੈ, ਜਿਹਦਾ ਹੈਗਾ ਕਿ ਕਾਨੂੰਨ ਸਾਹਮਣੇ ਸਾਰੇ ਲੋਕਾਂ ਦੀ ਸਮਾਨਤਾ। ਤਾਂ ਉਹਦੇ ਵਿੱਚ ਹੀ ਉੱਪਰ ਵਾਲੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਤਾਂ ਜਿਹੜਾ ਧਾਰਾ 14 ਹੈਗੀ ਆ। ਹੁਣ ਸਾਨੂੰ ਬਾਕੀਆਂ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਧਾਰਾਵਾਂ ਕਾਹਦੇ ਨਾਲ ਸੰਬੰਧਿਤ ਨੇ, ਕਿਉਂਕਿ ਇਹਨਾਂ ਨਾਲ 370 ਜਿਹੜੀ ਹੈਗੀ ਆ ਉਹ ਕੀ ਆ? ਉਹ ਕਸ਼ਮੀਰ ਨੂੰ ਇੱਕ ਸਪੈਸ਼ਲ ਰਾਜ ਦਾ ਦਰਜਾ ਦਿੰਦੀ ਸੀ, ਜਿਹੜੀ ਕਿ ਹੁਣ ਖਤਮ ਕਰ ਦਿੱਤੀ ਗਈ ਆ 2019 ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੁਆਰਾ। ਇਸ ਕਰਕੇ ਹੁਣ ਇਹ ਸੰਵਿਧਾਨ ਦਾ ਹਿੱਸਾ ਨਹੀਂ ਹੈਗੀ, ਇਹਨੂੰ ਖਤਮ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੈ 21 ਧਾਰਾ। ਜਿਹੜੀ ਧਾਰਾ 21 ਹੈ ਇਹ ਸਾਨੂੰ ਕਾਹਦੀ ਕਰਦੀ ਆ? ਇਹ ਰਾਈਟ ਟੂ ਲਿਬਰਟੀ, ਪਰਸਨਲ ਲਿਬਰਟੀ ਆ ਜਿਹੜੀ ਉਹਦੇ ਵਿੱਚ ਆਉਂਦੀ ਆ। ਜੇ ਤੁਹਾਨੂੰ ਸੁਤੰਤਰਤਾ ਦਾ ਅਧਿਕਾਰ ਆਉਂਦਾ ਆ ਤਾਂ ਤੁਸੀਂ ਧਾਰਾ 21 ਦੇ ਵਿੱਚ ਗੱਲ ਕਰਦੇ ਹੋ। ਫਿਰ ਹੈ ਸਾਡੇ ਕੋਲ ਧਾਰਾ 356। ਇਹ ਕੀ ਹੁੰਦਾ ਸੀ? ਰਾਸ਼ਟਰਪਤੀ ਰਾਜ ਹੁਣ ਵੀ ਲੱਗਦਾ ਆ, ਠੀਕ ਹੈ। ਰਾਸ਼ਟਰਪਤੀ ਰਾਜ ਕਿੱਥੇ ਲੱਗਦਾ? ਸਟੇਟ ਵਿੱਚ, ਸਾਡੇ ਰਾਜਾਂ ਦੇ ਵਿੱਚ। ਜਦੋਂ ਕਿਤੇ ਜਿਹੜਾ ਰਾਜਪਾਲ ਹੈ ਉਹ ਇਹ ਕਹਿ ਦੇਵੇ ਕਿ ਇਸ ਰਾਜ ਦੀ ਜਿਹੜੀ ਨਿਆਂ ਵਿਵਸਥਾ ਆ ਜਾਂ ਸਰਕਾਰ ਆ ਉਹ ਕੰਮ ਕਰਨ ਲਈ ਜਿਹੜੀ ਆ ਉਹ ਸક્ષਮ ਨਹੀਂ ਹੈਗੀ, ਉਹ ਯੋਗ ਨਹੀਂ ਹੈਗੀ, ਤਾਂ ਰਾਸ਼ਟਰਪਤੀ ਕਿਸੇ ਵੀ ਰਾਜ ਵਿੱਚ ਰਾਸ਼ਟਰਪਤੀ ਰਾਜ ਲਗਾ ਸਕਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਆਮ ਦੇਖਿਆ ਹੋਣਾ ਕਿ ਰਾਜਾਂ ਦੇ ਵਿੱਚ ਵਿਰੋਧੀ ਸਰਕਾਰਾਂ ਜਦੋਂ ਵੀ ਕਿਤੇ ਕਾਨੂੰਨ ਵਿਵਸਥਾ ਦੀ ਗੱਲ ਆਉਂਦੀ ਹੈ ਜਾਂ ਕੁਛ ਵੀ ਜਿਹੜੀ ਇਸ ਤਰ੍ਹਾਂ ਦਾ ਲੱਗਦਾ ਤਾਂ ਉਹ ਜਿਹੜੀ ਸਰਕਾਰ, ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤਾਂ ਲਾਅ ਵਿਵਸਥਾ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਠੀਕ ਹੈ, ਆਮ ਹੀ ਸਾਡੀਆਂ ਵਿਰੋਧੀ ਪਾਰਟੀਆਂ ਉਹ ਮੰਗ ਕਰਦੀਆਂ ਨੇ ਕਿ ਇੱਥੇ ਧਾਰਾ 356 ਲਾਈ ਜਾਵੇ, ਜਿਹਨੂੰ ਅਸੀਂ ਰਾਸ਼ਟਰਪਤੀ ਰਾਜ ਕਹਿੰਦੇ ਹਾਂ, ਜਿਹੜਾ ਪੰਜਾਬ ਨੇ ਬਹੁਤ ਚਿਰ ਚੱਲਿਆ ਆ, ਬਹੁਤ ਲੰਬਾ ਸਮਾਂ ਅੱਤਵਾਦ ਦੇ ਸਮੇਂ 'ਚ ਇੱਥੇ ਲਾਗੂ ਵੀ ਰਿਹਾ। ਤਾਂ ਇਸ ਕਰਕੇ ਸਾਡਾ ਇਹਦੇ ਵਿੱਚ ਜਿਹੜਾ ਸਹੀ ਆਨਸਰ ਹੈ ਉਹ 1 ਹੈਗਾ ਆ। ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ ਤੇ ਨਾਗਰਿਕਾਂ ਵਿਚਕਾਰ ਸਮਾਨਤਾ ਲਿਆਉਣ ਲਈ ਯਤਨ ਕੀਤੇ ਗਏ। ਹੇਠ ਲਿਖਿਆਂ ਵਿੱਚੋਂ ਕਿਹੜੀ ਯੋਜਨਾ ਸਮਾਜਿਕ ਤੇ ਆਰਥਿਕ ਅਸਮਾਨਤਾ ਨੂੰ ਘੱਟ ਕਰਨ ਦੇ ਉਦੇਸ਼ ਲਈ ਭਾਰਤ ਸਰਕਾਰ ਦੁਆਰਾ ਚਲਾਈ ਗਈ? ਜਾਣੀ ਕਿ ਹੈ ਆਰਥਿਕ ਫਾਇਦਾ, ਆਰਥਿਕ ਦੇਣਾ, ਪਰ ਲੋਕਾਂ ਦੇ ਵਿੱਚ ਅਸਮਾਨਤਾ ਘੱਟ ਕਰਨੀ, ਜਾਣੀ ਕਿ ਸਮਾਜਿਕ ਸਮਾਨਤਾ ਲੈ ਕੇ ਆਉਣੀ ਆ, ਬਰਾਬਰੀ ਲੈ ਕੇ ਆਉਣੀ ਆ। ਭਾਰਤੀ ਸਵੱਛ ਅਭਿਆਨ, ਇਹਦਾ ਸਵੱਛਤਾ ਨਾਲ ਸੰਬੰਧ ਹੈ। ਸਮਾਰਟ ਸਿਟੀ, ਇਹ ਵੀ ਟੈਕਨੋਲੋਜੀ ਨਾਲ ਤੇ ਸਵੱਛਤਾ ਨਾਲ ਸੰਬੰਧ ਹੋ ਗਏ। ਡਿਜੀਟਲ ਇੰਡੀਆ ਮਿਸ਼ਨ, ਇਹਦਾ ਸੰਬੰਧ ਕੀ ਹੋ ਗਿਆ? ਇਕਨੋਮੀ ਨਾਲ ਹੋ ਗਿਆ, ਟ੍ਰਾਂਜੈਕਸ਼ਨ ਨਾਲ ਹੋ ਗਿਆ,
ठीक, जल्दी काम करने वाला हो गया। जो आर्थिकता की गल करदा ਉਹ ਆਉਂਦੀ ਆ ਸਾਡੇ ਕੋਲ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਜਿਹਦੇ ਵਿੱਚ ਜ਼ੀਰੋ ਬੈਲੈਂਸ ਦੇ ਖਾਤੇ ਸੀ ਜਿਹੜੇ ਲੋਕਾਂ ਦੇ ਬੈਂਕਾਂ ਦੇ ਵਿੱਚ ਖੋਲ੍ਹੇ ਗਏ ਸੀ, ਤੇ ਜਿਹਦੇ ਵਿੱਚ ਲੋਕਾਂ ਨੂੰ, ਜਿਹੜੇ ਕਿਸਾਨਾਂ ਨੂੰ ਜਿਹੜੀ ਉਹ 6-6 ਹਜ਼ਾਰ ਰੁਪਇਆ ਆਉਂਦਾ, ਉਹ ਇਸ ਯੋਜਨਾ ਦੇ ਅਧੀਨ ਇਸ ਖਾਤੇ ਦੇ ਵਿੱਚ ਹੀ ਆਉਂਦਾ ਹੈ, ਪ੍ਰਧਾਨ ਮੰਤਰੀ ਜਨ ਧਨ ਯੋਜਨਾ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 13। ਕੀਰਤੀ ਦੇ ਦਾਦਾ ਜੀ ਉਸਨੂੰ ਦੱਸਦੇ ਹਨ ਕਿ ਭਾਰਤੀ ਰਾਜਨੀਤੀ ਵਿੱਚ ਲੋਕਤੰਤਰ ਦੀ ਸਥਾਪਨਾ ਦੇ ਮਤਲਬ ਨਾਲ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ। ਠੀਕ ਹੈ, ਇਸੇ ਤਰ੍ਹਾਂ ਹੀ ਸਮਾਜਿਕ ਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਲਈ ਦੇ ਉਦੇਸ਼ ਲਈ ਸੰਵਿਧਾਨ ਵਿੱਚ ਸਿਧਾਂਤ ਦਰਜ ਕੀਤੇ ਗਏ। ਤੁਸੀਂ ਦੱਸਣਾ ਕਿ ਕੀਰਤੀ ਦਾਦਾ ਜੀ ਨੇ ਜਿਹੜੇ ਉਹ ਕਿਹੜੇ ਸਿਧਾਂਤਾਂ ਦੀ ਗੱਲ ਕਰ ਰਹੇ ਨੇ। ਹੁਣ ਦੇਖੋ ਇੱਥੇ ਕੀ ਨੇ, ਉਦੇਸ਼ ਕੀ ਸੀਗਾ, ਸਮਾਜਿਕ ਅਤੇ ਆਰਥਿਕ ਲੋਕਤੰਤਰ। ਠੀਕ, ਇਹ ਜਿਹੜੀ ਸਾਡੇ ਗੱਲ ਕੀਤੀ ਗਈ ਹੈਗੀ ਆ, ਉਹ ਸਾਡੀ ਗੱਲ ਕੀਤੀ ਗਈ ਆ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ, ਜਿਹਨੂੰ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਹਿੰਦੇ ਆ ਅਸੀਂ, ਜਿਹੜੇ ਆਰਟੀਕਲ 36 ਤੋਂ ਲੈ ਕੇ 51 ਤੱਕ ਸਾਡੇ ਸੰਵਿਧਾਨ ਦੇ ਵਿੱਚ ਦਰਜ ਨੇ। ਠੀਕ ਹੈ, ਇਹ ਕੀ ਨੇ, ਨਿਰਦੇਸ਼ਕ ਸਿਧਾਂਤ ਨੇ। ਇਹ ਸਿਰਫ ਇੱਕ ਸਲਾਹ ਨੇ, ਨਸੀਹਤਾਂ ਨੇ ਸਰਕਾਰ ਲਈ, ਰਾਜ ਦੀ ਨੀਤੀ ਜਿਨ੍ਹਾਂ ਨੇ ਬਣਾਉਣੀ ਆ, ਕਿ ਉਹ ਇਸ ਤਰ੍ਹਾਂ ਦੇ ਕੰਮ ਕਰਨ ਜੋ ਉਹਦੇ ਵਿੱਚ ਦੱਸੇ ਹੋਏ ਨੇ, ਜਿਹਦੇ ਨਾਲ ਸਮਾਜ ਵਿੱਚ ਸਮਾਜਿਕ ਤੇ ਆਰਥਿਕ ਲੋਕਤੰਤਰ ਸਥਾਪਿਤ ਹੋਵੇ। ਸਰਕਾਰ ਲਈ ਮੰਨਣਾ, ਠੀਕ ਹੈ, ਨਾ ਮੰਨਣਾ, ਇਹ ਕੋਈ ਬਹੁਤ, ਇਹ ਬੈਕਡ ਬਾਏ ਲਾਅ ਨਹੀਂ ਹੈ। ਜੇ ਕੋਈ ਵੀ ਸਰਕਾਰ ਇਹਨਾਂ ਨੂੰ ਨਹੀਂ ਮੰਨਦੀ ਤਾਂ ਅਸੀਂ ਕੋਰਟ ਵਿੱਚ ਨਹੀਂ ਜਾ ਸਕਦੇ, ਇਸ ਗੱਲ ਦਾ ਵੀ ਇੱਥੇ ਖਿਆਲ ਰੱਖਣਾ। ਠੀਕ ਹੈ, ਕੁਐਸਚਨ ਨੰਬਰ 13 ਤੱਕ ਹੋ ਗਿਆ। ਫਿਰ ਉਸ ਤੋਂ ਬਾਅਦ ਹੋ ਗਿਆ ਸਾਡੇ ਕੋਲ ਪੈਰਾ ਆ ਗਿਆ ਇੱਕ 14 ਤੇ 15 ਨੰਬਰ ਕੁਐਸਚਨ ਲਈ। ਇਹ ਤੁਸੀਂ ਪੈਰਾ ਪੜ੍ਹਨਾ ਆ, ਫਿਰ ਇਹਦੇ ਆਨਸਰ ਦੇਣੇ ਨੇ। ਠੀਕ ਹੈ, ਮੈਂ ਸਾਰੇ ਪੈਰੇ ਨੂੰ ਨਹੀਂ ਪੜ੍ਹਦਾ, ਕਾਫੀ ਟਾਈਮ ਲੱਗ ਜਾਂਦਾ, ਵੀਡੀਓ ਲੰਬੀ ਹੋ ਜਾਂਦੀ ਹੈ, ਫਿਰ ਮੈਂ ਸਿਰਫ ਆਨਸਰ ਕਰਦਾ। ਪੈਰਾ ਤੁਸੀਂ ਆਪ ਪੜ੍ਹ ਲੈਣਾ। ਠੀਕ, ਹੁਣ ਦੇਖੋ, ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਮੁੱਖ ਟੀਚਾ ਕੀ ਸੀ। ਇੱਥੇ ਨਾ ਆਪਣੇ ਹਿਸਾਬ ਨਾਲ ਆਨਸਰ ਨਹੀਂ ਦੇਣੇ ਕਿ ਤੁਸੀਂ ਆਪਣੀ ਸਮਝ ਨਾਲ ਦਿਓ, ਨਹੀਂ। ਠੀਕ, ਉਹ ਕੀ ਕਰਨੀਆਂ ਨੇ, ਤੁਸੀਂ ਇੱਥੋਂ ਪੜ੍ਹਨਾ ਆ ਦੇਖੋ, ਲਿੰਗ ਸਮਾਨਤਾ ਤੇ ਲੜਕੀ ਦੀ ਸਿੱਖਿਆ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀਆਂ ਪਹਿਲ ਕਦਮੀਆਂ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਮਹੱਤਵਪੂਰਨ। ਠੀਕ, ਲੜਕਿਆਂ ਨੂੰ ਮੁਫਤ ਸਿੱਖਿਆ ਦੇਣਾ, ਨਹੀਂ ਇਹ ਨਹੀਂ ਸੀਗਾ। ਲੜਕਿਆਂ ਨੂੰ ਦੇਖੋ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਤੇ ਲਿੰਗ ਆਧਾਰਿਤ ਵਿਤਕਰੇ ਨੂੰ ਰੋਕਣਾ। ਇੱਥੇ ਵੀ ਉਹਨੂੰ ਕਿਹਾ ਲਿੰਗ ਸਮਾਨਤਾ, ਤਾਂ ਇਸ ਕਰਕੇ ਸਾਡਾ ਆਪਸ਼ਨ ਨੰਬਰ 2 ਸਹੀ ਆ। ਬੇਰੁਜ਼ਗਾਰੀ ਘਟਾਉਣਾ ਨਹੀਂ ਹੈ ਇਹਦਾ ਹੱਲ, ਸਿਰਫ ਲੜਕੀਆਂ ਲਈ ਤਕਨੀਕੀ ਸਿੱਖਿਆ ਦੇਣਾ ਨਹੀਂ, ਸਾਰੀ ਸਿੱਖਿਆ ਦੇਣੀ। ਤੇ ਦੂਜੀ ਗੱਲ ਉਹਦੇ 'ਚ ਕੀ ਕਰਨੀ ਆ, ਲਿੰਗ ਆਧਾਰਿਤ ਵਿਤਕਰੇ ਨੂੰ ਘਟਾਉਣਾ, ਤਾਂ ਆਪਸ਼ਨ ਨੰਬਰ 2 ਸਾਡਾ ਸਹੀ ਹੈ। ਸਰਕਾਰ ਨਾਗਰਿਕਾਂ ਨੂੰ ਸਮਾਜਿਕ ਨਿਆਂ ਕਿਵੇਂ ਪ੍ਰਦਾਨ ਕਰਦੀ ਹੈ। ਠੀਕ ਹੈ, ਸਾਰੇ ਵਿਅਕਤੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ, ਸਿਰਫ ਆਰਥਿਕ ਵਿਕਾਸ ਕਰਨ ਨਾਲ ਨਹੀਂ। ਸਮਾਜਿਕ ਵਰਗਾਂ ਵਿਚਕਾਰ ਖੁੱਲ੍ਹੇ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ, ਸਮਾਜਿਕ ਵਰਗਾਂ 'ਚ। ਠੀਕ ਹੈ, ਗੱਲ ਅਸੀਂ ਕੀ ਕਰ ਰਹੇ ਹਾਂ, ਸਮਾਜਿਕ ਨਿਆਂ ਦੇਣ ਦੀ। ਠੀਕ, ਫਿਰ ਸਿਰਫ ਚੰਗੀ ਯੋਗਤਾ ਵਾਲੇ ਵਿਅਕਤੀਆਂ ਨੂੰ ਮੌਕੇ ਪ੍ਰਦਾਨ ਕਰਨਾ। ਤਾਂ ਹੁਣ ਇੱਥੇ ਸਾਡੇ ਕੀ ਹੈਗਾ, ਮੁਕਾਬਲਾ ਨਹੀਂ, ਕੀ ਕਰਨਾ, ਸਾਰਿਆਂ ਨੂੰ ਬਰਾਬਰ ਮੌਕੇ ਦੇਣਾ, ਸਾਰੇ ਵਿਅਕਤੀਆਂ ਨੂੰ ਬਰਾਬਰ ਮੌਕੇ ਦੇਣਾ। ਠੀਕ ਹੈ, ਇਕੱਲੇ ਸਮਾਜਿਕ ਵਰਗ ਨੂੰ ਨਹੀਂ, ਪੂਰੇ ਵਿਅਕਤੀਆਂ ਨੂੰ। ਤਾਂ ਇਸ ਕਰਕੇ ਸਾਡਾ ਨੰਬਰ 1 ਜਿਹੜਾ ਹੈ ਉਹ ਆਨਸਰ ਹੈਗਾ ਆ। ਤਾਂ ਇਹਦੇ ਨਾਲ ਸਾਡੀ ਇਹ ਸ਼ੀਟ ਨੰਬਰ 10 ਹੈ ਜਿਹੜੀ ਉਹ ਕੰਪਲੀਟ ਹੁੰਦੀ ਆ। ਤੇ 25 ਪਰਸੋਂ ਨੂੰ ਇੱਕ ਤਰ੍ਹਾਂ ਨਾਲ ਤੁਹਾਡਾ ਇਹ ਪੇਪਰ ਹੈਗਾ, ਤਾਂ ਇਹਨੂੰ ਧਿਆਨ ਨਾਲ ਹੱਲ ਕਰਨਾ, ਕਾਪੀਆਂ ਲਿਖ ਕੇ। ਇਹ ਸਾਰੇ ਆਨਸਰ ਨੇ ਜਿਹੜੇ, ਇਹਨਾਂ ਨੂੰ ਆਪਣੀ ਪੱਕੀ ਕਾਪੀ ਤੇ ਚਾਰ ਲੈਣਾ। ਤੇ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਆ ਤਾਂ ਲਾਈਕ ਕਰਨਾ। ਥੈਂਕ ਯੂ, ਹੈਵ ਅ ਨਾਈਸ